ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਪਟਨਾ ਸ਼ਹਿਰ ਵਿੱਚ ਅਨੇਕਾਂ ਪ੍ਰਕਾਰ ਦੇ ਕੌਤਕ ਕਰਦੇ ਸਨ ਤੇ ਉਹਨਾਂ ਦੇ ਸਾਰੇ ਸਾਥੀ ਆਨੰਦ ਨਾਲ ਭਰ ਜਾਂਦੇ ਸਨ। ਗੰਗਾ ਨਦੀ ਦੇ ਕਿਨਾਰੇ ਤੇ ਖੇਲਦੇ ਸਨ, ਜਿਸ ਦਾ ਜਲ ਬੜਾ ਉਜਲ ਹੈ। ਇਸ ਤਰ੍ਹਾਂ ਦਿਨ ਨੂੰ ਬਹੁਤ ਪ੍ਰਕਾਰ ਹਾਸ ਵਿਲਾਸ ਕਰਦੇ ਹਨ। ਪਟਨਾ ਸ਼ਹਿਰ ਵਿੱਚ ਇੱਕ ਬਾਲਕ ਸੀ। ਉਸਨੇ ਇਹ ਗੱਲ ਕਹੀ, ਹੇ ਸ਼੍ਰੀ ਗੁਰੂ ਜੀ, ਮੈਂ ਆਪਣੇ ਘਰ ਦੀ ਬੇੜੀ ਬਣਾਈ ਹੈ। ਨਦੀ ਕਿਨਾਰੇ ਜਾ ਕੇ ਇਕੱਠੇ ਹੋ ਕੇ ਜਿਵੇਂ ਸਾਡੀ ਅਭਿਲਾਸ਼ਾ ਹੈ ਉਸ ਤਰ੍ਹਾਂ ਹੀ ਸਾਰੇ ਥਾਵਾਂ ਦੀ ਸੈਰ ਕਰੀਏ। ਮੇਰੇ ਪਿਤਾ ਜੀ ਨੇ ਵੀ ਚਾਹ ਕਰਕੇ ਕਿਹਾ ਹੈ ਕਿ ਆਪਣੇ ਚਰਨ ਕਮਲ ਬੇੜੀ ਨੂੰ ਛੁਹਾ ਦਿਓ, ਖੇਡਾਂ ਕਰੀਏ ਤੇ ਜਲ ਵਿੱਚ ਫਿਰੀਏ ਤੇ ਬੇੜੀ ਵਿੱਚ ਚੜ੍ਹ ਕੇ ਦੂਰ ਤੱਕ ਭਜਾ ਕੇ ਸੈਰ ਕਰੀਏ। ਇਹ ਸੁਣ ਕੇ ਸਾਰੇ ਬਾਲ ਕਹਿਣ ਲੱਗੇ, ਹੇ ਗੁਰੂ ਜੀ, ਸਾਰੇ ਚੱਲੀਏ, ਇਸਨੇ ਬਹੁਤ ਚੰਗੀ ਗੱਲ ਦੱਸੀ ਹੈ। ਮਾਤਾ ਜੀ ਨੂੰ ਪੁੱਛ ਕੇ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਦਰਿਆ ਵਾਲੇ ਸਥਾਨ ਵੱਲ ਚੱਲ ਪਏ। ਅਨੇਕਾਂ ਸੇਵਕਾਂ ਨੂੰ ਨਾਲ ਲੈ ਕੇ ਗੁਰੂ ਜੀ ਜਾ ਰਹੇ ਸਨ। ਇੱਕ ਸ਼ਾਹ ਨੇ ਆ ਕੇ ਪ੍ਰਸ਼ਾਦ ਰੱਖਿਆ ਤਾਂ ਅਰਦਾਸ ਕਰਕੇ ਸਾਰਿਆਂ ਵਿੱਚ ਵਰਤਾ ਦਿੱਤਾ। ਸ਼੍ਰੀ ਗੁਰੂ ਜੀ ਨੇ ਆਪਣੇ ਚਰਨ ਕਮਲਾਂ ਨੂੰ ਭਲੀ ਪ੍ਰਕਾਰ ਬੇੜੀ ਦੇ ਵਿੱਚ ਸਥਿਤ ਕੀਤਾ। ਬੜੇ ਪ੍ਰਸੰਨ ਹੋ ਕੇ ਬੇੜੀ ਵਿੱਚ ਬੈਠ ਕੇ ਚਲਾਉਣ ਲੱਗੇ। ਸਾਰੇ ਹੀ ਬਹੁਤ ਖੁਸ਼ ਹੋ ਰਹੇ ਸਨ। ਬੇੜੀ ਕਿਨਾਰਾ ਛੱਡ ਕੇ ਜਲ ਵਿੱਚ ਪ੍ਰਵੇਸ਼ ਕਰ ਗਈ ਤੇ ਗੁਰੂ ਜੀ ਨੇ ਉਚਾਰਨ ਕਰਕੇ ਬਚਨ ਕੀਤਾ, 2 ਦਿਨ ਵਿੱਚ ਇਹ ਬੇੜੀ ਸਾਡੀ ਹੋ ਜਾਏਗੀ ਤਾਂ ਇਸ ਤੇ ਬੈਠ ਕੇ ਜਲ ਦੀਆਂ ਧਾਰਾਂ ਵਿੱਚ ਤਰਿਆ ਕਰਾਂਗੇ। ਬੇੜੀ ਦੇ ਮਾਲਕ ਸ਼ਾਹ ਨੇ ਫਿਰ ਹੱਥ ਜੋੜ ਕੇ ਕਿਹਾ, ਇਹ ਤੁਹਾਡੀ ਹੀ ਹੈ, ਇਸ ਨੂੰ ਸ਼ਾਮ ਸਵੇਰ ਜਦ ਜੀ ਚਾਹੇ ਲੈ ਲਓ। ਉਸ ਦੀ ਇਹ ਗੱਲ ਗੁਰੂ ਜੀ ਨੇ ਸੁਣ ਕੇ ਹੋਰ ਪ੍ਰਸੰਗ ਚਲਾ ਦਿੱਤਾ। ਬੇੜੀ ਡੂੰਘੇ ਪਾਣੀ ਵਿੱਚ ਚਲੀ ਜਾ ਰਹੀ ਸੀ। ਇੱਕ ਦਿਨ ਇਸਤਰੀਆਂ ਮਿਲ ਕੇ ਇਕੱਠੀਆਂ ਹੋ ਕੇ ਬੜੇ ਚਮਕੀਲੇ ਸੁੰਦਰ ਕੱਪੜੇ ਪਹਿਨ ਕੇ ਆਈਆਂ। ਉਹਨਾਂ ਦੇ ਕੱਪੜਿਆਂ ਦੀ ਚਮਕ ਦਮਕ ਨੂੰ ਵੇਖ ਕੇ ਇੰਜ ਲੱਗਦਾ ਸੀ ਮਾਨੋ ਆਕਾਸ਼ ਦੇ ਬੱਦਲਾਂ ਵਿੱਚ ਬਿਜਲੀਆਂ ਚਮਕੀਆਂ ਹੋਣ। ਉਹ ਇਸਤਰੀਆਂ ਆ ਕੇ ਗੁਰੂ ਜੀ ਦੇ ਸੁੰਦਰ ਘਰ ਵਿੱਚ ਪ੍ਰਵੇਸ਼ ਕਰ ਗਈਆਂ। ਉਹਨਾਂ ਦੇ ਨੈਣ ਹਿਰਨੀਆਂ ਵਰਗੇ ਸਨ। ਉਹਨਾਂ ਸ਼ਾਹਾਂ ਦੀਆਂ ਇਸਤਰੀਆਂ ਨੇ ਮਾਤਾ ਜੀ ਪਾਸ ਜਾ ਕੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ। ਮਾਤਾ ਗੁਜਰੀ ਜੀ ਦੇ 4 ਚੁਫੇਰੇ ਘੇਰਾ ਪਾ ਕੇ ਉਹਨਾਂ ਦੇ ਅੱਗੇ ਬਹੁਤ ਸੁੰਦਰ ਉਪਹਾਰ ਚੜਾਏ। ਫਿਰ ਆਗਿਆ ਪਾ ਕੇ ਬੈਠ ਗਈਆਂ ਤੇ ਬਹੁਤ ਕੀਰਤੀ ਕਹਿ ਕੇ ਸੁਣਾਈ, ਅਸੀਂ ਤੁਹਾਡੇ ਸੇਵਕ ਹਾਂ, ਨਿਤ ਪ੍ਰੇਮ ਧਾਰਨ ਕਰਦੇ ਹਾਂ, ਜੋ ਵੀ ਆਸ ਕਰਦੇ ਹਾਂ ਤੇ ਦਿਲ ਵਿੱਚ ਚਾਹੁੰਦੇ ਹਾਂ ਉਹ ਪ੍ਰਾਪਤ ਕਰ ਲੈਂਦੇ ਹਾਂ। ਪਵਿੱਤਰ ਚਰਨ ਕਮਲਾਂ ਦਾ ਅਸੀਂ ਸਿਮਰਨ ਕਰਦੇ ਹਾਂ। ਲੋਕ ਪਰਲੋਕ ਵਿੱਚ ਜਿਹੜੇ ਸਹਾਇਕ ਬਣਦੇ ਹਨ। ਇੱਕ ਵੱਡਾ ਧਨਵਾਨ ਆਦਮੀ ਸੀ। ਉਸ ਸ਼ਾਹ ਦੀ ਪਤਨੀ ਆਪਣੀ ਨੂੰਹ ਨੂੰ ਲੈ ਕੇ ਆਈ। ਨਾਲ ਲੜਕੀ ਸੀ ਅਤੇ ਹੋਰ ਹਿੱਤੂ ਲੋਕ ਸਨ ਤੇ ਬਹੁਤ ਦਰਾਣੀਆਂ ਜਠਾਣੀਆਂ ਨਾਲ ਸਨ। ਨਾਲ ਬਹੁਤ ਸ਼ਰੀਕਣਾਂ ਵੀ ਸਨ। ਸਾਰੀਆਂ ਗੁਰੂ ਜੀ ਪਾਸੋਂ ਆਪਣੇ ਪੋਤਰੇ ਨੂੰ ਲੈਣ ਵਾਸਤੇ ਆਈਆਂ ਤੇ ਨਾਲ ਅਨੇਕਾਂ ਪਕਵਾਨ ਲਿਆਂਦੇ, ਜਿਨ੍ਹਾਂ ਦੇ ਮੂੰਹ ਵਿੱਚ ਪਾਉਣ ਨਾਲ ਅੰਮ੍ਰਿਤ ਵਰਗਾ ਸਵਾਦ ਆਵੇ। ਮਾਤਾ ਗੁਜਰੀ ਜੀ ਨੇ ਆਪਣੇ ਸੇਵਕਾਂ ਨੂੰ ਭੇਜ ਕੇ ਖੇਡ ਰਹੇ ਗੁਰੂ ਜੀ ਨੂੰ ਆਪਣੇ ਪਾਸ ਬੁਲਾਇਆ। ਧਨੀਆਂ ਦੇ ਬਾਲਕਾਂ ਨੂੰ ਲੈ ਕੇ ਕ੍ਰਿਸ਼ਨ ਜੀ ਵਾਂਗ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆ ਗਏ। ਮੁਖੜਾ ਕਾਲਖ ਰਹਿਤ ਚੰਦਰਮਾ ਬਣਿਆ ਸੀ ਤੇ ਮਾਤਾ ਜੀ ਦੀ ਗੋਦੀ ਵਿੱਚ ਬੈਠ ਕੇ ਸ਼ੋਭ ਰਹੇ ਸਨ, ਜਿਵੇਂ ਮਾਤਾ ਅਦਿੱਤੀ ਜੀ ਆਪਣੇ 52 ਅਵਤਾਰ ਪੁੱਤਰ ਨੂੰ ਗੋਦੀ ਵਿੱਚ ਲੈ ਕੇ ਬੈਠੇ ਦੁਲਾਰ ਰਹੇ ਹੋਣ। ਵੇਖਦਿਆਂ ਹੀ ਸਾਰੀਆਂ ਇਸਤਰੀਆਂ ਨੇ ਤੁਰੰਤ ਆਦਰ ਦੇ ਨਾਲ ਹੱਥ ਜੋੜੇ। ਜਿਵੇਂ ਗੁਰੂ ਜੀ ਦੀ ਮਹਾਨ ਮਹਿਮਾ ਅਤੇ ਮਾਣ ਹੈ, ਉਸ ਨੂੰ ਸਮਝ ਕੇ ਮਾਤਾ ਜੀ ਦੇ ਚਰਨ ਕਮਲਾਂ ਤੇ ਸੀਸ ਨਿਵਾ ਕੇ ਬੰਦਨਾ ਕੀਤੀ। ਆਪਣੇ ਨੈਣਾਂ ਦੇ ਲਾਭ ਵਾਸਤੇ ਪ੍ਰਭੂ ਦੇ ਸਰੂਪ ਵੇਖਦੀਆਂ ਸਨ, ਜਿਸ ਪ੍ਰਭੂ ਦੇ ਸਾਰੇ ਮਨੁੱਖ ਦਾਸ ਹਨ, ਜਿਸ ਨੂੰ ਜਲ ਵਿੱਚ ਥਲ ਵਿੱਚ ਲੱਭਦੇ ਹਨ, ਸਭ ਨੂੰ ਰੁਜ਼ਗਾਰ ਦਿੰਦੇ ਹਨ, ਬੰਦ ਨਹੀਂ ਕਰਦੇ। ਹੇ ਪੁੱਤਰ, ਇਹ ਮਹਾਨ ਧਨਵਾਨ ਸ਼ਾਹਾਂ ਦੀਆਂ ਇਸਤਰੀਆਂ ਤੇਰੀਆਂ ਸੰਗਤ ਹਨ। ਇਹ ਗੁਰੂ ਜੀ ਦੇ ਸਿੱਖ ਹਿਰਦੇ ਵਿੱਚ ਪ੍ਰੇਮ ਅਤੇ ਉਮਾ ਧਾਰ ਕੇ ਬਹੁਤ ਪ੍ਰੇਮ ਕਰਦੇ ਹਨ। ਹੋਰ ਕਿਸੇ ਦੀ ਇਹ ਸੇਵਾ ਨਹੀਂ ਕਰਦੇ ਹਨ। ਆਪਣੇ ਮਨ ਦੀਆਂ ਕਾਮਨਾਵਾਂ ਸਦਾ ਤੁਹਾਥੋਂ ਮੰਗਦੇ ਹਨ। ਇਹ ਆ ਕੇ ਉਪਹਾਰ ਅਰਪਣ ਕਰਦੇ ਹਨ ਤੇ ਆਪਣੇ ਸਾਥੀਆਂ ਵਿੱਚ ਬੈਠ ਕੇ ਸਾਡਾ ਜਸ ਗਾਉਂਦੇ ਹਨ। ਇਸ ਤਰ੍ਹਾਂ ਇਸਤਰੀਆਂ ਮਾਤਾ ਜੀ ਦਾ ਆਪਣੇ ਅਨੁਕੂਲ ਰੁਖ ਵੇਖ ਕੇ ਕਿ ਸਾਡੇ ਮਨ ਭਾਉਂਦੀ ਗੱਲ ਕਰ ਰਹੇ ਹਨ ਤਾਂ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ। ਇਹ ਸਾਰੀਆਂ ਆਪ ਜੀ ਦੀ ਸ਼ਰਨ ਆਈਆਂ ਹਨ। ਫਿਰ ਨੂੰਹ ਨੂੰ ਸਾਹਮਣੇ ਬਿਠਾ ਕੇ ਕਿਹਾ,
ਇਸ ਦੇ ਘਰ ਪੁੱਤਰ ਪੈਦਾ ਹੋਵੇ, ਇਹ ਕਹਿ ਦਿਓ ਵੱਡੇ ਭਾਗਾਂ ਵਾਲਾ ਹੋਵੇ, ਸੁੰਦਰ ਸਰੂਪ ਹੋਵੇ, ਵੱਡਾ ਚਤੁਰ ਹੋਵੇ ਤੇ ਜੱਗ ਵਿੱਚ ਵਡਿਆਈ ਲਵੇ। ਇਸ ਤਰ੍ਹਾਂ ਇਸਤਰੀਆਂ ਗੱਲਾਂ ਕਰਦੀਆਂ ਸਨ। ਇਹ ਖਿਆਲ ਨਹੀਂ ਸਨ ਕਰਦੀਆਂ ਕਿ ਉਹ ਇੱਕ ਬਾਲਕ ਨਾਲ ਗੱਲਾਂ ਕਰ ਰਹੀਆਂ ਸਨ। ਢੀਠਪੁਣਾ ਵੇਖ ਕੇ ਟਾਲਦੇ ਹਨ, ਫਿਰ ਇੱਧਰ ਉੱਧਰ ਹੋ ਕੇ ਚੰਚਲਤਾ ਧਾਰਨ ਕਰਦੇ ਹਨ। ਬਾਰ-ਬਾਰ ਉਹ ਸਮੂਹ ਇਸਤਰੀਆਂ ਆਪਣੇ ਹਿੱਤ ਵਾਲੀ ਬੇਨਤੀ ਉਚਾਰਨ ਕਰਦੀਆਂ ਹਨ, ਹੇ ਗੁਰੂ ਜੀ ਬਚਨ ਕਹੋ, ਇਸ ਦੇ ਹਿਰਦੇ ਦੀ ਆਸ ਪੂਰੀ ਕਰੋ। ਸਭ ਜਾਣਦੇ ਹਨ ਬਹੁਤ ਵੱਡੇ ਧਨਵਾਨ ਸ਼ਾਹ ਦੀ ਨੂੰਹ ਤੇ ਧੀ ਹੈ। ਇਹ ਸਾਰੇ ਤੁਹਾਡੇ ਸਿੱਖ ਹਨ। ਸਾਰੇ ਸੰਤਾਨ ਚਾਹੁੰਦੇ ਹਨ। ਜਿਹੜੇ ਮਾਪਿਆਂ ਅਤੇ ਸਹੁਰਿਆਂ ਦੇ ਪਰਿਵਾਰ ਹਨ, ਆਪ ਜੀ ਦੇ ਪਾਸ ਅਰਦਾਸ ਕਰਦੇ ਹਨ। ਹੁਣ ਕੋਈ ਹੋਰ ਉਪਚਾਰ ਨਹੀਂ ਰਿਹਾ ਹੈ। ਆਪ ਜੀ ਦੇ ਉਦਾਰ ਬਚਨ ਸਭ ਵਸਤਾਂ ਦੇ ਦਲਿੱਦਰ ਦੂਰ ਕਰ ਦਿੰਦੇ ਹਨ। ਇਸ ਤਰ੍ਹਾਂ ਬਹੁਤ ਵਾਰ ਇਸਤਰੀਆਂ ਤੋਂ ਸੁਣ ਕੇ ਗੁਰੂ ਜੀ ਨੇ ਉਚਾਰਨ ਕੀਤਾ, ਇਸ ਦੇ ਘਰ ਪੁੱਤ ਹੋਵੇਗਾ ਕਿ ਨਹੀਂ, ਅਸੀਂ ਇਸ ਕਾਰਨ ਨੂੰ ਕੀ ਜਾਣਦੇ ਹਾਂ। ਜਗਤ ਦੇ ਸਾਰੇ ਜੀਵ ਅਨੇਕ ਪ੍ਰਕਾਰ ਆਪਣੇ ਭਾਗਾਂ ਨੂੰ ਭੋਗਦੇ ਹਨ। ਚੁੱਪ ਹੋ ਗਏ, ਫਿਰ ਖਿਆਲ ਟਾਲ ਦਿੱਤਾ। ਇਸ ਵਿਵਹਾਰ ਨੂੰ ਛੁਪਾਉਣਾ ਚਾਹੁੰਦੇ ਹਨ। ਧਨਵਾਨਾਂ ਦੀਆਂ ਬਹੁਤ ਇਸਤਰੀਆਂ ਮਨ ਵਿੱਚ ਜਾਣ ਕੇ ਬਹੁਤ ਬੇਨਤੀਆਂ ਕਰਦੀਆਂ ਹਨ। ਮਾਤਾ ਜੀ ਦੇ ਪਾਸ ਬਹੁਤ ਦੀਨ ਹੁੰਦੀਆਂ ਹਨ। ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਦੀਆਂ ਹਨ, ਆਪ ਕਿਰਪਾ ਕਰਕੇ ਸਭ ਰੀਤੀਆਂ ਨਾਲ ਉਹਨਾਂ ਪਾਸੋਂ ਕਹਾਵੋ। ਉਹ ਅਸੀਂ ਮੰਨਦੀਆਂ ਹਾਂ। ਆਪਣੇ ਪੁੱਤਰ ਪਾਸੋਂ ਸਾਡੀਆਂ ਆਸਾਂ ਪੂਰੀਆਂ ਕਰਾਵੋ। ਉਹ ਆਪਣੇ ਸੇਵਕਾਂ ਦਾ ਪ੍ਰੇਮ ਪਛਾਣਦੇ ਹਨ। ਇਸ ਤਰ੍ਹਾਂ ਇਸਤਰੀਆਂ ਦੇ ਹੱਠ ਨੂੰ ਮਨ ਵਿੱਚ ਜਾਣ ਕੇ ਮਾਤਾ ਜੀ ਨੂੰ ਫਿਰ ਉਹਨਾਂ ਇਸਤਰੀਆਂ ਦੇ ਅਨੁਕੂਲ ਜਾਣਿਆ। ਫਿਰ ਬੜੇ ਉਤਾਵਲੇ ਹੋ ਕੇ ਬਚਨ ਬੋਲੇ, ਜੇ ਤੁਸੀਂ ਕਾਮਨਾ ਇੰਜ ਮਨ ਵਿੱਚ ਧਾਰਨ ਕੀਤੀ ਹੈ ਤਾਂ ਸਾਰੀਆਂ ਇਹ ਸੁਣ ਲਵੋ, ਇਹਨਾਂ ਪਾਸ ਇੱਕ ਸੁੰਦਰ ਬੇੜੀ ਹੈ, ਉਹ ਸਾਨੂੰ ਦੇ ਦਿਓ। ਉਹ ਸਾਨੂੰ ਕਹਿ ਕੇ ਅਰਪਣ ਕਰੋ। ਪੁੱਤਰ ਹੋਣ ਦੇ ਫਿਰ ਮੈਂ ਬਚਨ ਕਰਾਂਗਾ। ਸ਼੍ਰੀ ਗੁਰੂ ਜੀ ਬਾਲਕ ਰੂਪੀ ਸੁੰਦਰ ਮੁਖਾਰਬਿੰਦ ਤੋਂ ਇਹ ਬਚਨ ਸੁਣ ਕੇ ਇੱਕ ਹੀ ਵਾਰ ਸਭ ਸੁੰਦਰ ਇਸਤਰੀਆਂ ਹੱਸ ਪਈਆਂ। ਚੰਗਾ ਕਿਹਾ ਹੈ, ਤੁਸੀਂ ਚੰਗੀ ਗੱਲ ਕੀਤੀ ਹੈ। ਜਿਹੜੀ ਇਹਨਾਂ ਦੇ ਪਾਸ ਅਤ ਉੱਤਮ ਬੇੜੀ ਹੈ, ਉਹ ਆਪ ਪ੍ਰਸੰਨ ਹੋ ਕੇ ਲੈ ਲਓ। ਆਪ ਜੀ ਨੂੰ ਦਿੱਤੇ ਸਾਰੇ ਪਦਾਰਥ ਸਕਾਰਤ ਹੁੰਦੇ ਹਨ। ਇਹ ਗੱਲ ਅਸੀਂ ਚੰਗੀ ਤਰ੍ਹਾਂ ਜਾਣੀ ਹੈ। ਸ਼੍ਰੀ ਮਾਤਾ ਜੀ ਤੁਸੀਂ ਜਾਮਣ ਹੋਵੋ, ਜਦ ਤੱਕ ਬੇੜੀ ਨਹੀਂ ਦਿੰਦੇ ਹਾਂ ਉਸ ਨੂੰ ਅਸੀਂ ਮਨ ਤੋਂ ਅਰਪਣ ਕੀਤਾ ਹੈ। ਤੁਸੀਂ ਹੁਣ ਇਸ ਇਸਤਰੀ ਨੂੰ ਵਾਰ ਦਿਓ। ਤੁਸੀਂ ਸਿੱਖਾਂ ਦੇ ਦੋਵਾਂ ਲੋਕਾਂ ਵਿੱਚ ਆਸਰਾ ਹੋ। ਹੁਣ ਅਸੀਂ ਨਰਕਾਂ ਦੇ ਰਾਹ ਵਿੱਚ ਵਹਿਣ ਵਾਲੀਆਂ ਵੈਤਰਨ ਆਦਿ ਨਦੀਆਂ ਨੂੰ ਨਾ ਵੇਖੀਏ, ਭਾਵ ਨਰਕਾਂ ਦੇ ਰਾਹ ਹੁਣ ਨਾ ਜਾਈਏ। ਧੰਨ ਤੁਸੀਂ ਗੁਰੂ ਜੀ ਹੋ, ਜਿਸ ਨੂੰ ਉਪਦੇਸ਼ ਦਿੰਦੇ ਹੋ। ਉਹ ਭਗਤੀ ਰੂਪ ਬੇੜੀ ਲੈ ਕੇ ਤਰ ਕੇ ਭਵਜਲ ਪਾਰ ਕਰ ਜਾਂਦਾ ਹੈ। ਸਭ ਤਰ੍ਹਾਂ ਦੀਆਂ ਬੇਨਤੀਆਂ ਸੁਣ ਕੇ ਗੁਰੂ ਜੀ ਨੇ ਆਪਣੇ ਸੁੰਦਰ ਹੱਥ ਵਿੱਚ ਇੱਕ ਪਤਲੀ ਸੋਟੀ ਫੜ ਲਈ ਤੇ ਗੁਰੂ ਜੀ ਨੇ ਆਪਣੀ ਬਾਂਹ ਉੱਚੀ ਕਰਕੇ ਤੇ ਆਪ ਗਿਣਤੀਆਂ ਕਰਕੇ ਸੋਟੀਆਂ ਲਾਉਣ ਲੱਗੇ। 5 ਵਾਰ ਉਸ ਇਸਤਰੀ ਦੇ ਸਿਰ ਤੇ ਹੌਲੀ ਹੌਲੀ ਸੋਟੀਆਂ ਮਾਰੀਆਂ ਤੇ ਸੁੰਦਰ ਬਚਨ ਕੀਤੇ, ਜਿਸ ਨੂੰ ਸਾਰੀਆਂ ਇਸਤਰੀਆਂ ਸੁਣ ਰਹੀਆਂ ਸਨ। 1 2 3 4 ਸ੍ਰੇਸ਼ਟ 5 ਪੁੱਤਰ ਹੋਣਗੇ। ਇਹ ਸੁਣ ਕੇ ਉਹਨਾਂ ਇਸਤਰੀਆਂ ਨੂੰ ਬਹੁਤ ਖੁਸ਼ੀ ਹੋਈ। ਸੋਢੀ ਵੰਸ਼ ਦੇ ਚੰਦ ਵੱਲੋਂ ਪੁੱਤਰਾਂ ਦੇ ਪੈਦਾ ਹੋਣ ਬਾਰੇ ਆਨੰਦ ਭਰੇ ਬਚਨ ਇਸਤਰੀਆਂ ਨੇ ਸੁਣੇ। ਸਵੇਰ ਦੇ ਸੂਰਜ ਦੀ ਕਿਰਨ ਜਿਵੇਂ ਪ੍ਰਕਾਸ਼ ਕਰਦੀ ਹੈ, ਤਾਂ ਸਾਰੀਆਂ ਇਸਤਰੀਆਂ ਦੇ ਕਮਲ ਰੂਪੀ ਮੁਖ ਉਸ ਤਰ੍ਹਾਂ ਖਿੜਾ ਦਿੱਤੇ। ਸਭ ਇਸਤਰੀਆਂ ਹੱਸ ਹੱਸ ਕੇ ਪ੍ਰਸੰਨ ਹੋ ਰਹੀਆਂ ਸਨ, ਹੱਥ ਜੋੜ ਕੇ ਪ੍ਰੇਮ ਧਾਰਨ ਕਰਦੀਆਂ ਸਨ ਤੇ ਹਿਰਦੇ ਵਿੱਚ ਬਹੁਤ ਪ੍ਰਸੰਨਤਾ ਪ੍ਰਾਪਤ ਕਰਦੀਆਂ ਸਨ। ਜਾਣਦੀਆਂ ਸਨ ਕਿ ਛੋਟੀ ਉਮਰ ਵਿੱਚ ਹੀ ਅਤਿ ਵਿਸ਼ੇਸ਼ ਪ੍ਰਭਾਵ ਹੈ। ਬਿਜਲੀ ਵਰਗੀ ਸ਼ੋਭਾ ਵਾਲੀਆਂ ਇਸਤਰੀਆਂ ਬਾਰ-ਬਾਰ ਬੰਦਨਾ ਕਰਦੀਆਂ ਸਨ। ਅਨੇਕ ਪ੍ਰਕਾਰ ਦੀ ਪ੍ਰਸ਼ੰਸਾ ਦਾ ਪ੍ਰਕਾਸ਼ ਕਰਕੇ ਤੇ ਬਹੁਤ ਪ੍ਰਸੰਨਤਾ ਪ੍ਰਾਪਤ ਕਰਕੇ ਸਾਰੀਆਂ ਆਪਣੇ ਘਰਾਂ ਨੂੰ ਚਲੇ ਗਈਆਂ। ਸਾਰਾ ਹੀ ਪ੍ਰਸੰਗ ਜਾ ਕੇ ਆਪਣੇ ਪਤੀ ਦੇ ਨਾਲ ਕਿਹਾ, ਜਾ ਕੇ ਬੇੜੀ ਨੂੰ ਦਿਓ ਤੇ ਇਕਰਾਰ ਨੂੰ ਪੂਰਾ ਕਰੋ। ਇਹ ਸੁਣ ਕੇ ਸ਼ਾਹ ਨੇ ਪ੍ਰਸੰਨ ਹੋ ਕੇ ਕਿਹਾ, ਧੰਨ ਗੁਰੂ ਜੀ ਹਨ। ਫਿਰ ਉਹ ਬੜਾ ਉਤਾਵਲਾ ਹੋ ਕੇ ਗੁਰੂ ਘਰ ਆਇਆ ਤੇ ਗੁਰੂ ਜੀ ਨੂੰ ਵੇਖਿਆ ਤੇ ਕਿਹਾ, ਆਪ ਜੀ ਦੇ ਤਰਨ ਵਾਸਤੇ ਇੱਕ ਸੋਹਣੇ ਰੰਗ ਦੀ ਬੇੜੀ ਹੈ, ਆਪ ਜੀ ਉਹ ਲੈ ਲਵੋ। ਆਪ ਤਾਂ ਲੋਕਾਂ ਨੂੰ ਸੰਸਾਰ ਸਾਗਰ ਤੋਂ ਤਰਨ ਵਾਸਤੇ ਪੁੱਲ ਦਿੰਦੇ ਹੋ। ਨਮਸਕਾਰ ਕਰਕੇ ਬੇੜੀ ਦਿੱਤੀ ਤੇ ਸ਼ਾਹ ਪ੍ਰਸੰਨ ਹੋ ਕੇ ਚਲਾ ਗਿਆ। ਸਮਾਂ ਪਾ ਕੇ ਉਸ ਦੇ ਘਰ ਸੁਖਦਾਇਕ 5 ਪੁੱਤਰ ਪੈਦਾ ਹੋਏ।
ਇਸ ਤਰ੍ਹਾਂ ਸ੍ਰੀ ਗੁਰੂ ਜੀ ਦਾ ਅਪਾਰ ਜਸ ਨਗਰ ਵਿੱਚ ਕਹਿੰਦੇ ਸੁਣਦੇ ਸਨ ਤੇ ਸ੍ਰੇਸ਼ਟ ਜਸ ਸਾਰੇ ਫੈਲ ਗਿਆ। ਅਨੇਕਾਂ ਸਿੱਖ ਮਨ ਵਿੱਚ ਦੀਨ ਹੋ ਕੇ ਕਾਮਨਾਵਾਂ ਕਰਦੇ ਸਨ ਜਿਹੜੀਆਂ ਪੂਰਨ ਹੁੰਦੀਆਂ ਸਨ। ਸਤਿਗੁਰੂ ਜੀ ਨਿਤ ਗੰਗਾ ਨਦੀ ਦੇ ਵਿੱਚ ਬੇੜੀ ਵਿੱਚ ਚੜ੍ਹ ਕੇ ਖੇਡਾਂ ਖੇਡਦੇ ਸਨ। ਬਹੁਤ ਡੂੰਘੇ ਪੈਂਡੇ ਵਿੱਚ ਬੇੜੀ ਨੂੰ ਭਰਮਾਉਂਦੇ ਸਨ। ਇੱਕ ਪਾਸੇ ਤੋਂ ਉਸ ਪਾਸੇ ਤੇ ਉਸ ਪਾਸੇ ਤੋਂ ਇਸ ਪਾਸੇ ਆਉਂਦੇ ਜਾਂਦੇ ਰਹਿੰਦੇ ਸਨ। ਧਨੀਆਂ ਦੇ ਬਹੁਤ ਪੁੱਤਰਾਂ ਨਾਲ ਮਿਲ ਕੇ ਖੇਡਦੇ ਸਨ ਤੇ ਬੜੇ ਉਤਸ਼ਾਹ ਨਾਲ ਪ੍ਰਸੰਨ ਹੁੰਦੇ ਸਨ। ਬਹੁਤ ਜਲਦੀਆਂ ਖੇਡਾਂ ਖੇਡਦੇ ਸਨ। ਬੇਸ਼ੱਕ ਕਿਰਪਾਲੂ ਸਤਿਗੁਰੂ ਜੀ ਦਾ ਹਾਲੇ ਸਰੂਪ ਬਹੁਤ ਛੋਟਾ ਸੀ। ਕਈ ਦਿਨ ਇਸ ਪ੍ਰਕਾਰ ਬਤੀਤ ਕੀਤੇ ਤੇ ਪਟਨੇ ਸ਼ਹਿਰ ਵਿੱਚ ਬਹੁਤ ਜਸ ਪ੍ਰਗਟ ਹੋਇਆ। ਸੇਵਕ ਅਨੇਕ ਭਾਵਨਾਵਾਂ ਕਰਦੇ ਸਨ ਤੇ ਗਿਆਨ ਦੇ ਸਾਗਰ ਭਾਵ ਸਤਿਗੁਰੂ ਜੀ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਸਨ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 20ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।